ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਤੱਕਦੇ ਹਾਂ ਤੇ ਸਤਿਗੁਰੂ ਦਾ ਜੀਵਨ ਸੱਚਮੁੱਚ ਐਸਾ ਹੀ ਜੀਵਨ ਸੀ ਜੋ ਗੁਰਦੇਵ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਬਿਆਨ ਕੀਤਾ ਹੈ ਕਿ ਕਦੀ ਉਹਨਾਂ ਦੇ ਹਿਰਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਵਿਸਰਿਆ ਨਹੀਂ। ਇਸ ਕਰਕੇ ਜਿਸ ਜਿਸ ਵੀ ਜ਼ਿੰਦਗੀ ਦੇ ਪੜਾਅ ਚੋਂ ਨਿਕਲੇ, ਜੇ ਸੰਸਾਰੀ ਤੌਰ 'ਤੇ ਦੇਖੀਏ, ਅੱਲਾ ਯਾਰ ਖਾਂ ਜੋਗੀ ਲਿਖਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੀ ਵੀ ਦੁਸ਼ਮਣ ਨੇ ਬਾਹਰੀ ਤੌਰ 'ਤੇ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ। ਜਦੋਂ ਛੋਟੀ ਉਮਰ ਵਿੱਚ ਸਨ ਤੇ ਪਿਤਾ ਖੋਹ ਲਿਆ, ਜਦੋਂ ਪਿਤਾ ਰੂਪ ਵਿੱਚ ਆਪ ਆਏ ਤੇ ਪੁੱਤਰ ਖੋਹ ਲਏ। ਕਿੰਨੀਆਂ ਜੰਗਾਂ, ਕਿੰਨੀਆਂ ਝੜਪਾਂ ਉਹਨਾਂ ਦੀਆਂ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਹੋਈਆਂ। ਕਹਿੰਦੇ ਜੇ ਬਹਿਰੂਨੀ ਤੌਰ 'ਤੇ ਦੇਖੀਏ ਤੇ ਅਦੂ ਨੇ, ਦੁਸ਼ਮਣ ਨੇ ਕਦੀ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ, ਪਰ ਜੇ ਉਹਨਾਂ ਦੀ ਹਿਰਦੇ ਨੂੰ ਦੇਖੀਏ, ਜੇ ਉਹਨਾਂ ਦੀ ਚੜ੍ਹਦੀ ਕਲਾ ਨੂੰ ਦੇਖੀਏ ਤੇ ਕਦੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਕੂਨ ਨੂੰ, ਚੜ੍ਹਦੀ ਕਲਾ ਨੂੰ, ਆਨੰਦ ਨੂੰ ਖੋਹ ਹੀ ਨਹੀਂ ਸਕੇ। ਇਸ ਕਰਕੇ ਸਦਾ ਹੀ ਪਹਾੜੀ ਰਾਜੇ, ਮੁਗਲ ਫੌਜਾਂ ਕਲਪਦੀਆਂ ਰਹਿੰਦੀਆਂ ਸਨ ਕਿ ਅਸੀਂ ਆਪਣਾ ਸਾਰਾ ਵਾਹ ਲਾ ਬੈਠੇ ਹਾਂ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਸਕੂਨ, ਉਹਨਾਂ ਦਾ ਆਨੰਦ, ਉਹਨਾਂ ਦਾ ਸੁੱਖ ਅਜੇ ਵੀ ਬਰਕਰਾਰ ਹੈ। ਕਿਉਂਕਿ ਸੰਸਾਰੀ ਪੁਰਸ਼ ਤੇ ਨਿਰੰਕਾਰੀ ਪੁਰਸ਼ ਵਿੱਚ ਇਤਨਾ ਕੁ ਅੰਤਰ ਹੁੰਦਾ ਕਿ ਸੰਸਾਰੀ ਬੰਦੇ ਸੋਚਦੇ ਨੇ ਜਿਹੜਾ ਸੁੱਖ ਹੈ, ਆਰਾਮ ਹੈ, ਸਕੂਨ ਹੈ, ਉਹ ਬਾਹਰ ਦੇ ਪਦਾਰਥਾਂ 'ਚੋਂ ਮਿਲੇਗਾ। ਬਾਹਰੀ ਪਦਾਰਥਾਂ 'ਚੋਂ ਸਾਨੂੰ ਸੁੱਖ ਤੇ ਆਰਾਮ ਤੇ ਸਕੂਨ ਮਿਲੇਗਾ, ਪਰ ਨਿਰੰਕਾਰੀ ਪੁਰਖ ਦੀ ਜੋ ਬਿਰਤੀ ਹੈ ਉਹ ਸੰਸਾਰ ਤੋਂ ਵਿਪਰੀਤ ਹੈ। ਉਹ ਸਮਝਦਾ ਜੋ ਸੁੱਖ ਹੈ, ਜੋ ਸਕੂਨ ਹੈ, ਜੋ ਆਨੰਦ ਹੈ, ਉਹ ਪਰਮੇਸ਼ਵਰ ਵਾਹਿਗੁਰੂ ਜੀ ਦੀ ਯਾਦ ਵਿੱਚ, ਉਸ ਦੇ ਨਾਮ ਵਿੱਚ ਹੈ। ਕਿਉਂਕਿ ਉਹ ਸਤਿਗੁਰਾਂ ਦੀ ਬਾਣੀ ਨੂੰ ਜਾਣਦਾ ਹੈ ਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਕਿ ਸਾਰੇ ਸੰਸਾਰ ਨੂੰ ਦੇਖ ਲਿਆ ਹੈ, ਜਾਣ ਲਿਆ ਹੈ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਨਾ, ਅਸੀਂ ਚਮਕੌਰ ਦੇ ਸਿੰਘਾਂ ਦੀ ਹੀ ਅੱਜ ਗੱਲ ਕਰਨੀ ਹੈ ਕਿਉਂਕਿ ਉਹਨਾਂ ਦਾ ਸ਼ਹਾਦਤ ਦਿਵਸ ਹੈ। ਜਿਸ ਵਕਤ ਸਤਿਗੁਰੂ ਆਨੰਦਪੁਰ ਸਾਹਿਬ ਜੀ ਦਾ ਕਿਲਾ ਤਿਆਗਦੇ ਨੇ, ਸਰਸਾ ਤੇ ਵਿਛੋੜਾ ਪੈਂਦਾ, ਰਸਤੇ ਨੂੰ ਵਿੱਚ ਪੜਾਅ ਦਰ ਪੜਾਅ ਕਰਦੇ ਸਤਿਗੁਰੂ ਜਦੋਂ ਚਮਕੌਰ ਸਾਹਿਬ ਪਹੁੰਚਦੇ ਨੇ ਨਾ, ਤੇ ਉਹ 40 ਸਿੰਘ ਜਿਨ੍ਹਾਂ ਦੇ ਅੰਦਰ ਰੋਹ ਸੀ, ਜਿਨ੍ਹਾਂ ਦੇ ਅੰਦਰ ਗੁੱਸਾ ਸੀ ਕਿ ਪਹਿਲਾਂ ਤੇ 7-8 ਮਹੀਨੇ ਦਾ ਘੇਰਾ ਘੱਤਿਆ ਜ਼ਾਲਮਾਂ ਨੇ, ਉਸ ਤੋਂ ਬਾਅਦ ਕਸਮਾਂ ਖਾਧੀਆਂ ਤੇ ਅਖੀਰ ਅੰਤ ਉਹ ਕਸਮਾਂ ਵੀ ਤੋੜ ਕੇ ਸਾਡੇ ਪਿੱਛੇ ਲੱਗ ਪਏ। ਕਈ ਪਿਆਰੇ ਸਾਡੇ, ਜਾਨਾਂ ਤੋਂ ਪਿਆਰੇ ਸਾਡੇ ਜੂਝਦੇ ਤੇ ਸਰਸਾ ਨਦੀ ਵਿੱਚ, ਉਹ ਸਰਸਾ ਨਦੀ ਦੀ ਪਾਣੀ ਭੇਟ ਚੜ੍ਹ ਗਏ। ਇਹ ਸੋਚ ਸੋਚ ਕੇ ਉਹਨਾਂ ਦੇ ਅੰਦਰ ਹੋਰ ਜ਼ਿਆਦਾ ਰੋਹ ਆਉਂਦਾ ਹੈ, ਹੋਰ ਜ਼ਿਆਦਾ ਗੁੱਸਾ ਆਉਂਦਾ ਹੈ। ਅੱਲਾ ਯਾਰ ਖਾਂ ਜੋਗੀ ਐਸਾ ਇੱਕ ਕਵੀ ਸੀ, ਮੈਂ ਸਮਝਣਾ ਕਿ ਸਿਜਦਾ ਹੈ ਉਸ ਦੀ ਕਲਮ ਨੂੰ, ਸਿਜਦਾ ਹੈ ਉਹਦੀ ਸੁਰਤੀ ਦੀ ਪਰਵਾਜ਼ ਨੂੰ। ਉਹਨੇ ਗੁਰੂ ਸਾਹਿਬਾਨਾਂ ਦਾ, ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਜੋ ਸਾਕਾ ਲਿਖਿਆ ਨਾ, ਸ਼ਹੀਦਾਨੇ ਵਫਾ ਤੇ ਗੰਜੇ ਸ਼ਹੀਦਾਂ, 2 ਕਿਤਾਬਾਂ ਉਸ ਦੀਆਂ, ਉਹਨੇ ਇਉਂ ਲਿਖਿਆ ਸੱਚਮੁੱਚ ਜਿਵੇਂ ਸੁਰਤੀ ਦੇ ਰੂਪ ਵਿੱਚ, ਸੁਰਤੀ ਦੇ ਮਾਰਗ 'ਤੇ ਉਹ ਉਸ ਸਮੇਂ, ਉਸ ਮੌਕੇ ਚਮਕੌਰ ਦੀ ਗੜੀ ਜਾਂ ਸਰਹੰਦ ਦੀਆਂ ਨੀਹਾਂ ਦੇ ਪਾਸ ਲਾਲਾਂ ਨੂੰ ਚਿਣਦੇ ਹੋਏ ਜਾਂ ਜੂਝਦੇ ਹੋਏ ਦੇਖ ਰਿਹਾ ਸੀ। ਕਿਉਂਕਿ ਸੁਰਤੀ ਜਿਹੜੀ ਹੈ ਉਹ ਸਮੇਂ ਦੀ ਮੁਤਾਜ ਨਹੀਂ ਕਿ ਅਸੀਂ ਇਸ ਸਮੇਂ ਵਿੱਚ ਹਾਂ, ਸਰੀਰ ਸਮੇਂ ਦਾ ਮੁਤਾਜ ਹੈ, ਸਾਡੀ ਸੁਰਤ ਸਮੇਂ ਦੀ ਮੁਤਾਜ ਨਹੀਂ। ਸੁਰਤ ਕਰਕੇ ਤੁਸੀਂ ਭਾਵੇਂ ਜਿੱਥੇ ਮਰਜ਼ੀ ਚਲੇ ਜਾਓ, ਜਿਸ ਮਰਜ਼ੀ ਅਵਸਥਾ ਵਿੱਚ ਚਲੇ ਜਾਓ, ਹੁਣੇ ਬਚਪਨ ਵਿੱਚ ਚਲੇ ਜਾਓ, ਹੁਣੇ ਬਚਪਨ ਤੋਂ ਪਿਛਾਂ ਵੀ ਚਲੇ ਜਾਓ, ਜਿਤਨੀ ਸੁਰਤ ਤੁਹਾਡੀ ਲਤੀਫ ਹੋਏਗੀ ਉਤਨਾ ਉਸ ਸਮੇਂ ਦੇ ਪਾਬੰਦੀਆਂ ਤੋਂ ਬਾਹਰੀ ਹੋਏਗੀ। ਅੱਲਾ ਯਾਰ ਖਾਂ ਜੋਗੀ ਨੇ ਇਸ ਸੁਰਤ ਦੀ ਪਰਵਾਜ਼ ਦੇ ਨਾਲ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਦਾ ਇਤਿਹਾਸ ਲਿਖਿਆ, ਮਾਨੋ ਜਿਵੇਂ ਉਹਨੇ ਅੱਖੀਂ ਡਿੱਠਾ ਹੋਵੇ। ਉਹ ਲਿਖਦਾ, ਚਮਕੌਰ ਦਾ ਵਰਣਨ ਕਰਦਾ, ਜਦੋਂ ਕਹਿੰਦਾ ਜਿਸ ਦਮ ਹੁਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ, जुलाए हुए शेर थे सब गैज के मारे, आंखों से सिंगों के निकलते थे शरारे। पर गुरु साहब जी लिए की वरतदा है, कहता सतगुर के बिना और गजबनाक थे सारे। कहते एक सतगुरु गुरु गोबिंद सिंह महाराज हैं
ਜਿਹੜੇ ਚਮਕੌਰ ਦੀ ਗੜੀ ਵਿੱਚ ਵੀ ਸ਼ਾਂਤੀ ਨਾਲ ਬੈਠੇ ਨੇ। ਪਰ ਸਿੱਖ ਕਿਉਂਕਿ ਉਹਨਾਂ ਦੇ ਪਿਆਰੇ ਵਿਛੜ ਗਏ, ਗੁਰੂ ਕੇ ਪਰਿਵਾਰ, ਗੁਰੂ ਕੇ ਦੋ ਲਾਲ ਵਿਛੜ ਗਏ। ਜਦੋਂ ਚਮਕੌਰ ਵਿੱਚ ਉਹਨਾਂ ਦੇ ਉਤਾਰੇ ਹੁੰਦੇ ਨੇ, ਜਿਸ ਦਮ ਹੋਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ, ਝੁਲਾਏ ਹੋਏ ਸ਼ੇਰ ਤੇ ਸਭ ਗੈਜ਼ ਕੇ ਮਾਰੇ। ਗੈਜ਼ ਕਹਿੰਦੇ ਨੇ ਗੁੱਸੇ ਦੇ ਭਰੇ ਹੋਏ, ਰੋਹ ਦੇ ਭਰੇ ਹੋਏ। ਕਿੰਨਾ ਕੁ ਰੋਹ ਸੀ? ਕਹਿੰਦੇ ਆਂਖੋਂ ਸੇ ਸਿੰਘੋਂ ਕੇ ਨਿਕਲਤੇ ਥੇ ਸ਼ਰਾਰੇ। ਉਹਨਾਂ ਦੀਆਂ ਅੱਖਾਂ ਵਿੱਚ ਖੂਨ ਉਤਰਿਆ ਹੋਇਆ ਸੀ। ਸਤਿਗੁਰ ਕੇ ਬਿਨਾ ਔਰ ਗਜ਼ਬਨਾਕ ਥੇ ਸਾਰੇ। ਸਤਿਗੁਰੂ ਤੋਂ ਬਿਨਾ ਸਾਰੇ ਭਰੇ ਪਏ ਸਨ ਰੋਹ ਨਾਲ। ਕਿੰਨਾ ਰੋਹ ਸੀ? ਕਵੀ ਆਖਦਾ ਹੈ, ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜੇ ਅਦੂ ਪਰ, ਤੇਗੇ ਸੇ ਨਜ਼ਰ ਪੜਤੀ ਥੀ ਦੁਸ਼ਮਨ ਕੇ ਗਲੂ ਪਰ। ਕਹਿੰਦੇ ਇੰਨੀ ਫੁਰਤੀ ਨਾਲ ਚਮਕੌਰ ਦੀ ਗੜੀ ਦੀਆਂ ਦਰਬਾਰਾਂ 'ਚੋਂ ਉਹ ਗੁਜ਼ਰ ਕੇ ਫੌਜ ਨੂੰ ਵੇਖਦੇ ਸਨ, ਇੰਨੇ ਗੁੱਸੇ ਦੀ ਨਜ਼ਰ ਨਾਲ ਤੇ ਬੜੀ ਫੁਰਤੀ ਦੇ ਨਾਲ ਦੁਸ਼ਮਣ ਦੇ ਗਲ ਨੂੰ ਦੇਖਦੇ ਸਨ ਵੀ ਕਦੇ ਹੀ ਸਾਨੂੰ ਮੌਕਾ ਮਿਲੇ ਇਹ ਗਲ ਪਕੜ ਕੇ ਅਸੀਂ ਮਰੋੜ ਦਈਏ। ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜ਼ੇ ਅਦੂ ਪਰ, ਤੇਗੇ ਸੇ ਨਜ਼ਰ ਪੜਤੀ ਥੀ ਦੁਸ਼ਮਨ ਕੇ ਗਲੂ ਪਰ। ਗੁੱਸਾ ਕਿਸ ਗੱਲ ਦਾ ਸੀ? ਕਹਿੰਦੇ ਗੁੱਸਾ ਇਸ ਗੱਲ ਦਾ ਸੀ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, डूबे हुए सरसा में प्यारे नजर आए, ये देख कर बिगड़े हुए सारे नजर आए, बिफरे हुए सतगुर के दुलारे नजर आए। ते आपस विच गल्लां करदे ने, कहते थे इजाजत नहीं है हमें रन की, मट्टी तक उड़ा सकते हैं दुश्मन के चमन की। कहंदे सानू गुरु साहब हुण इजाजत दे देन तां असीं हुणे ही दुश्मन दी मिट्टी नूं भी उड़ा दईए। ये गल्लां चमकौर दी गड़ी विच बैठे सिख पए करदे ने। उस वक्त जदों दल बना करके सिख बैठे सन ते अल्लाह यारखा जोगी कहंदा है, उस वक्त सतगुरु गुरु गोबिंद सिंह दतार पिता महाराज जी उन्हां दे विच मुखातिब हुए सतगुरु गुरु गोबिंद सिंह, वो साबिर साकिर बहादुर गुरु गोबिंद सिंह। रस्ते में गवा आए थे दो दुर गुरु गोबिंद सिंह। दुर कहंदे ने मोती, कहंदा दो मोती तां वो अपने गवा आए ने, बाबा जोरावर सिंह जी ते बाबा फतेह सिंह जी। सरसा नदी दे किनारे विछोड़ा पिया ते दो लाल मातावां ते माता गुजरी जी विछड़ गए। कई सिख होर विछड़ गए ते कई सरसा दी भेटा चढ़ गए। पर कहंदे जदों सिख गुस्से विच रोह विच आपस विच गल्लां पए करदे ने चमकौर दी गड़ी विच, उन्हां दे विच सतगुरु गुरु गोबिंद सिंह महाराज जी आ जांदे ने। इतने में मुखातिब हुए सतगुरु गुरु गोबिंद, वो साबिर शाकिर गुरु बहादुर गुरु गोबिंद सिंह। कहंदे ओ गुरु गोबिंद सिंह जिहड़े सबर दी मूरत हन, शुक्र दी मूरत हन, बहादुरी दी मूरत हन, वो साबिर साकिर बहादुर गुरु गोबिंद सिंह। रस्ते में गवा आए दो दुर गुरु गोबिंद सिंह। पर फिर किवी सन, दो लाल गवाच गए ने, घेरा पिया होया है, थे गम की जगह शांति से पुर गुरु गोबिंद सिंह। कहंदे फिर भी कोई गम नहीं कि कुछ निकल गया, कुछ विछड़ गया, कुछ विछोड़ा पै गया। गम की थान ते वो अज भी शांति नाल टिके हुए बैठे हैं। थे गम की जगह शांति से पुर गुरु गोबिंद सिंह, फरमाए वो सबको ये मौका नहीं है गजब का। सगों सिखां नूं भी कहंदे सन, क्योंकि जोधे ने जे लड़ना होए ना, वेखो गुरु गोबिंद सिंह महाराज सच्चे पातशाह जी की रणनीति कैसी सी। दाने ते सियाणे लोग भी कहंदे ने भी जुझारू जोधा जिसने मैदाने जंग विच जित प्राप्त करनी होवे, वो क्रोधी नहीं होना चाहिए, धीरज वाला होना चाहिए। जिन्ना ज़्यादा धीरज होएगा उन्ना ज़्यादा मैदाने जंग विच वो अपने दुश्मन ते भारी पेगा। क्योंकि क्रोध गुस्सा वो अकल ते उत्ते पर्दा पा दिंदा है ते अपने वार भी नहीं उस ढंग नाल मनुख बहादुर कर सकदा ते दूसरे दा वार भी उस ढंग नाल रोक नहीं सकता। इस करके सतगुरु जी की कहते ने, फरमाए सतगुरु ये मौका नहीं है गजब का, कल यही इरादा पूरा होगा मेरे रब का। कहते ये मौका हुण इत्थे रोह दा नहीं, गुस्से दा नहीं, कल यही पूरा होगा इरादा मेरे रब का। सिख कहन लगे, सतगुरु जी वाहिगुरू दा की इरादा है? किहड़े इरादे दी गल करदे हो? किहड़े इरादे दे बाबत कह रहे हो? सानू खुल के दसो। तां गुरदेव पिता महाराज जी चमकौर दी सारी गड़ी दा मुआयना करके सिखां नूं कहन लगे, जिस खित्ते में कहते थे आना ये वही है, ये इरादा है मेरे रब दा। जिस खित्ते में कहते थे आना ये वही है, कल लुट के जिस जगह से जाना ये वही है।
जिस जगह पे है बच्चों को किटाना ये वही है, मिट्टी कह देती ठिकाना ये वही है। कहते ये ही ठिकाना है जिथे कल लुट के अपना आपा लुटाना है। जिस थान ते ये सिद्ध होना है कि 1.25 लाख से एक लड़ाऊं तबै गोबिंद सिंह नाम कहाऊं। ये चमकौर दी गढ़ी दे विच सतगुरां दे बोल पूरे होए सन। दतार पिता महाराज सच्चे पातशाह जी ने रात किवें बीती। अल्लाह यार खां जोगी लिखदा है, खैमे किए इस था उठकर किसी ने, खोली कमर आराम को हर एक जरी ने। कहते जिमें दा समा सी, जिमें दा मौका सी, सिखां ने आपो अपने वड्डे दस्तारे उतारे। छोटे दस्तारे बन्ने हुए ने, वड्डे दस्तारे उतारे ते सतगुरां लई एक खैमा तैयार किया। अपने लिए कुछ लोड़ींदियां चीज़ां वस्त्रां नूं जीनां नूं धरती ते विछा लिया। खैमे किए इस्तदाह उठकर किसी ने, खोली कमर आराम को हर एक जरी ने। कमर कस्से कीते सन। कहते हर सिपाही ने, हर सिख ने आराम करने लिए अज अपने कमर कस्से खोल दिते। रहरास का दीवान लगाया सतगुरु जी ने, मिलजुल के शरे शाम भजन गाया सभी ने। कहते उसे वक्त भी शाम नूं रहरास साहब का दीवान लगा, मिलजुल के सारियां ने बाणी पढ़ी। खाना कई दिनों से मुयसर ना था हुआ, इस शाम भी सिखों ने कड़ाका ही उठाया। कहते कई दिनों का खाना लंगर तो पहला नहीं सी मिलिया, पर अज भी उस तरह ही भुखियां की रात बतीत हो गई। रात लंघी है, पर धन गुरु गोबिंद सिंह महाराज सच्चे पातशाह जी वो अपने खेमे च कुछ लेट गए। खाक पे जी पोश बिछाकर पहरा देने लगे कई तलवार उठाकर। ये चमकौर दी गढ़ी रात का वर्णन करदा अल्लाह यार खां जोगी। कहते रात पई, खैमे लगे, सतगुरु अपने खैमे विच चले गए। गुरु के लाल सतगुरां दे खैमे दे नाल ही सुस्ता गए। सिख सौ गए पर कुछ लेट गए। खाक पे जी पोश बिछाकर पहरा देने लगे कई तलवार उठाकर। गोबिंद भी शब बास हुए। शब कहते रात नूं, बास कहते रुकना, रात दा रुकना, सोना। गोबिंद भी शब बास हुए खैमे में जाकर, देखा तो वह बैठे थे गर्दन को झुकाकर। नींद किथे, वाह गुरु था मुंह से निकलता है, तू ही तू था मुंह से निकलता। जब 1.5 घड़ी रात बीती जिक्रे खुदा में, खैमे से निकल आए सरकार हवा में। कदमों से टहलते थे मगर दिल था दुआ में, कहते से करतार से रूबरू होकर, कल जाऊंगा मैं चमकौर से सुरखरू होकर। कहते कल मैं ए वाहिगुरू चमकौर तो सुरखरू होकर के जावांगा। दिन का चढ़ा होया, धन गुरु गोबिंद सिंह महाराज सच्चे पातशाह जी ने जथे बनाए। जथे 5-5 सिखां दे जथे चमकौर दे दरवाजे तो निकलते हैं। भाई मदन सिंह जी, भाई काठा सिंह जी नूं चमकौर दे गढ़ी दे मुख दरवाजे का पहरेदार थापिया सी सतगुरां। उत्थों 5-5 का जथा निकलता है, वो जालमां नाल जूझदा है। 10 लाख की फौज ते 40 सिखां दे विचों 5-5 दे जथे जा रहे ने। किन्ना कुछ चिर मुकाबला, पर अपने वितों वध के वो गुरु के लाल जूझते ने। सैकड़ियां नूं मार के वो शहादत का जाम पी जाते हैं। इस तरह 2 जथे जदों शहीद हो गए ना, तो धन गुरु गोबिंद सिंह महाराज सच्चे पातशाह जी के वड्डे लाल बाबा अजीत सिंह जी बारे अल्लाह यार खां जोगी ने बड़ा कमाल का वर्णन किया। एक तो उन्हों की तलवार का, तो एक उन्होंने घोड़े का, भी उन्होंने कोल जिहड़ी किरपान सी वो की सी, तो एक उन्होंने जिहड़ा घोड़ा सी जिस ते वो सवार सन, वो कैसा कमाल का घोड़ा सी। कहते जदों सतगुरां तो आग्ञा लई ना कि नाम का अजीत हूँ मैं जीता नहीं जाऊँगा, जीता भी गया तो जीता नहीं आऊँगा। कहते सतगुरु तुसीं मैनूं नाम दिता है अजीत, तो मैं याद रखिया जे अपने नाम दे उत्ते फुल चढ़ावांगा, परवान चढ़ांगा, मैं किसे तो नहीं जित्तिया जावांगा। तो जे किसी ने मैनूं जितण का यतन किया, मैं मर ते सकदा हाँ, कटा ते सकदा अपने आप नूं, पर जिउंदा वापस नहीं आवांगा। नाम का अजीत हूँ मैं, जीता नहीं जाऊंगा, जीता भी गया तो जीता नहीं आऊँगा। इस करके मैनूं आग्ञा दिओ, मैं भी अपने प्यारियां दे नाल, अपने सिंघां दे नाल मैदाने जंग विच जाके जूझां। धन गुरु गोबिंद सिंह महाराज सच्चे पातशाह जी ने अपनी श्री साहब बख्शी, घोड़ा बख्शिया, आप हत्थीं सजाया, ते किले का दरवाजा खुलिया। अल्लाह यार खां जोगी लिखदा है,
गोबिंद के दिलदार किले से निकल आए, वो देखिए सरकार किले से निकल आए। बाबा अजीत सिंह जी बाबत कहता है गोबिंद के दिलदार, गोबिंद सिंह जी दे जेड़े प्यारे सन, बाबा अजीत सिंह जी कहते किले चों हुण बाहर आ गए। गोबिंद के दिलदार किले से निकल आए, वो देखिए दिलदार, वो देखिए सरकार किले से निकल आए, घोड़े पे हो असवार किले से निकल आए, ले हाथ में तलवार किले से निकल आए। कहते घोड़े ते सवार होके हथ विच श्री साहब तलवार पकड़ के वो किले चों बाहर आ गए। पर कहते जिहड़ी तलवार वो जिहड़ी श्री साहब सी, कहते उस तलवार उस वसफ के किस वसफ से हो उस तलवार का तेगे बयां। कहते किवें सिफत करा मैं उस तलवार दी, किस वसफ से हो उस तेग का तेगे बयां, म्यान से निकली नहीं निकली तेग से म्यान। कहते वो इन्नी छेती म्यान चों निकलदी है, म्यान से निकली नहीं निकली वो देहां से, ते जुबान उन्नी तेजी दे नाल मूँह चों नहीं निकलदी जिन्नी तेजी दे नाल बाबा अजीत सिंह जी दी किरपान म्यान चों बाहर आई। जदों किले तो बाहर आए, किले तो बाहर आए, उन्होंने ऐसी तलवार ऐसी किरपान वाही, इस ढंग दे नाल किरपान चलाई, कहते पलटन को काटा, एक दम विच पलटन नूं कट दिता। पलटन का अर्थ है जिहड़े पैदल आए सन अगे, पहला कहते पलटन नूं गिरा दिता। पलटन पे गिरी तो काट दिया रसाला, कहते फिर घोड़ियां वाले अगे आए, वो घोड़ियां दे दस्ते नूं भी मार दिता। पलटन पे गिरी तो काट दिया रसाला, सिर किसी का उछाला तो धड़ किसी का उछाला। कहते किसी का सिर वड्ड देंदे ने, किसी नूं धड़ तो ही जुदा कर देंदे ने। ऐसी किरपान पई चलदी है। वो अदू सोचता है, दुश्मन सोचता है तलवार सी तलवार, ये क्या बला थी, खूंखार सी आफत सी बला सी। कहते तलवार है कि कुछ होर है। कहते तलवार है पर अल्लाह यार खां जोगी कहता है एक खमदार तेगे खमदार है, जो सतगुरु गुरु गोबिंद सिंह महाराज जी की बख्शिश है। कैथे ते अदू बरक है तलवार नहीं है। कहते अदू कहंदा, अदू कहते दुश्मन नूं, कहते दुश्मन दूरों देखदा जदों उन्हां दे साथी मारे जांदे ने, अजीत सिंह जी की चंडी की भेट चढ़ते हैं, वो अदू कहंदा है, दुश्मन कहंदा है तलवार नहीं ये बरक है। बरक दा अर्थ हुंदा है बिजली है, बिजली की तरह पैंदी है। तो कहते थे अदू बरक है तलवार नहीं है, इस काट का देखा हथियार नहीं है, नौ मश्क जवां ये कोई जिनहार नहीं है, सतगुर है फरजंद ये कोई वफादार नहीं। कहते इत्थों तक भुलेखा पिया जालमा नूं कि कोई ये नवा अभ्यासी नहीं। नौ मश्क, मश्क दा अर्थ हुंदा है नवा अभ्यासी, नवा मेहनती, कोई नवा जंगजू जिहड़ा है वो जंग दे विच आए। कहते बाबा अजीत सिंह जी इस तरह जूझ रहे सन कि कोई नवा अभ्यासी जां नवा जंगजू नहीं। उन्होंने इयों भुलेखा पिया सतगुरु ये फरजंद नहीं वफादार नहीं है, भी खुद आप धन गुरु गोबिंद सिंह महाराज सच्चे पातशाह जी मैदाने जंग विच आ गए। उन्हां दी फुरती, उन्हां दी लियाकत, उन्हां दी रणनीति, उन्हां दी युद्ध नीति वेख करके अदू दुश्मन नूं इह भुलेखा पिया कि शायद गुरु गोबिंद सिंह महाराज आप ही मैदानी जंग विच आ गए ने। पर कहंदे उन्होंने इस तरह सोचना ही सी। ते बाबा अजीत सिंह जी ललकार के बोले, ललकारे अजीत ओ फरमाए सब से। कहंदे सारियां नूं फरमाया, सारियां नूं ललकारिया, ते इह क्या कि ना निकलो अपने हद्दे रकब से, अपनी हद चों बाहर ना जाओ। सानू जो समझदे हो असीं वो नहीं, असीं उन्हां दे पैरां वर्गे भी नहीं। दतार पिता महाराज गुरु गोबिंद सिंह जी नाल तुलना कर रहे सन ना, पर वो कहन लगे नहीं हम गुरु गोबिंद सिंह जी वर्गे नहीं हाँ, असी धन गुरु गोबिंद सिंह महाराज जी के चरना वर्गे भी नहीं हाँ, पर हाँ उन्हां दे दिलबंद हाँ, दिलावर हाँ, फरजंद हाँ। पर इन्ना याद रखिया जे उन्हां दे बराबर नहीं हाँ। ये जदों बचन कहे फरजंद हैं दिलबंद हैं, हम सर तो नहीं हैं, हम कलगियों वाले के बराबर तो नहीं हैं। कहंदे असीं कलगियां वाले दे बराबर नहीं, उन्हां दे फरजंद जरूर हाँ, उन्हां दे बेटे जरूर हाँ। इस तरह जदों उन्होंने तेग चलाई तो जिस घोड़े ते सवार सन ना, उस घोड़े की सिफत भी अल्लाह यार खां जोगी लिखदा है। कहंदे ऐसा कमाल दा घोड़ा सी, घोड़ा वो सुबक सियर बदल जिसका नहीं था। बदल दा अर्थ हुंदा जिहदे वर्गा कोई होर नहीं सी। इन्ना तेज ते फुरतीला घोड़ा सी जिस उपर बाबा अजीत सिंह जी असवार सन।
कहते घोड़ा वो सुबक सियर बदल जिसका नहीं था, देखा तो यहाँ अभी देखा तो कहीं था। कहते एक मिनट विच एक पल विच इत्थे हुंदा सी, पर बाबा जी दी अड्डी लान दी देर सी, एक पल विच उथों किते अगां निकल जांदा सी। देखा तो यहीं अभी देखा तो कहीं था, महफूज उससे कोई मका था ना मकई था। कहते उहदे तो कोई महफूज हो नहीं सी सकदा। ਉਹ ਆਪ ਦੁਸ਼ਮਣਾਂ ਨੂੰ ਆਪਣੇ ਪੌੜਾਂ ਥੱਲੇ ਰੌਂਦ ਦਿੰਦਾ ਸੀ, ਆਪ ਦੁਸ਼ਮਣਾਂ ਨੂੰ ਆਪਣੇ ਜਵਾੜੇ ਥੱਲੇ ਦੱਬ ਦਿੰਦਾ ਸੀ। ਕਹਿੰਦੇ ਉਹਦੇ ਤੋਂ ਕੋਈ ਮਹਿਫੂਜ਼ ਨਹੀਂ ਸੀ। ਉਹ ਇਸ ਤਰ੍ਹਾਂ ਸੀ, ਫਲਕ ਇੱਕ ਇਸ ਤਰ੍ਹਾਂ ਇਉਂ ਪ੍ਰਤੀਤ ਹੁੰਦਾ ਸੀ ਜਦੋਂ ਦੌੜਦਾ ਸੀ ਜਿਵੇਂ ਅਸਮਾਨ ਵਿੱਚ ਚਲਾ ਜਾਏਗਾ ਤੇ ਇੱਕਦਮ ਉਹ ਜ਼ਮੀਨ ਤੇ ਆ ਜਾਏਗਾ। ਇਉਂ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਘੋੜਾ ਸੀ ਇਸ ਤਰ੍ਹਾਂ ਦਾ ਸੀ। ਤੇ ਉਹਦੀ ਸੁੰਦਰਤਾ ਲਿਖਦੇ ਅੱਗੇ ਲਿਖਦੇ ਨੇ, ਜਿਹੜੀ ਉਹਦੀ ਦੁਮ ਸੀ, ਦੁਮ ਕਹਿੰਦੇ ਆ ਪੂਛ, ਕਹਿੰਦੇ ਤਾਊਸ ਸੀ ਦੁਮ, ਤਾਊਸ ਦਾ ਅਰਥ ਹੁੰਦਾ ਮੋਰ। ਕਹਿੰਦੇ ਮੋਰ ਵਰਗੀ ਸੋਹਣੀ ਖੰਭਾਂ ਵਾਲੀ ਉਹਨਾਂ ਦੀ ਪੂਛ ਸੀ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਦੀ। ਤਾਊਸ ਸੀ ਜ਼ੁਮ, ਚਾਂਦ ਸੇ ਸੁਮ, ਕਹਿੰਦੇ ਚੰਦਰਮਾ ਵਰਗੇ ਪੌੜ ਸਨ ਉਹਨਾਂ ਦੀ ਇਸ ਤਰ੍ਹਾਂ ਗੋਲ। ਤਾਊਸ ਸੀ ਦੁਮ, ਚਾਂਦ ਸੇ ਸੁਮ, ਮਾਰ ਕੀ ਸੂਰਤ, ਮਾਰ ਕਹਿੰਦੇ ਆ ਸੱਪ ਨੂੰ। ਕਹਿੰਦੇ ਕਾਲੇ ਨਾਗ ਵਰਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਦਾ ਘੋੜਾ ਸੀ, ਜਿਹਦੀ ਲੰਮੀ ਪੂਛ ਸੀ ਤੇ ਜਿਹਦੇ ਪੌੜ ਇੰਨੇ ਕਮਾਲ ਦੇ ਸਨ। ਤੇ ਅੱਗੇ ਬਚਨ ਕਰਦੇ ਨੇ, ਤਾਊ ਸੀ ਦੁਮ ਚਾਂਦ ਸੇ ਸੁਮ, ਮਾਰ ਕੀ ਸੂਰਤ, ਬੇਪਰ ਹੈ ਮਗਰ ਉੜਤਾ ਹੈ ਪਰਦਾਰ ਕੀ ਸੂਰਤ। ਕਹਿੰਦੇ ਭਾਵੇਂ ਘੋੜੇ ਦੇ ਪਰ ਨਹੀਂ ਲੱਗੇ, ਪਰ ਜਦੋਂ ਦੌੜਦਾ ਹੈ परिंदे दे वांगू उड़दा है, दौड़दा नहीं। बेपर है मगर उड़ता है परदार की सूरत, कहते परदार वांगू परिंदे वांगू उड़दा है। ते ताकत कस शेर सी बल फील सा रहवार की सूरत, कहते पकड़ इन्नी कमाल दी सी जिवें शेर दी होवे जदों जवाड़े विच लैंदा सी दुश्मन। कस शेर सी बल फील सा ते जोर हाथी वर्गा सी, रहवार की सूरत, कहते इस तरह कमाल दी फुर्तीला सी। इशारे से बदलता था प्रकार की सूरत, जिमें प्रकार घुम जाती है इउं इशारे नाल ही बाबा अजीत सिंह जी दे ओ घुम जांदा सी। इन्ना कमाल दा घोड़ा असवार दे नाल एक मिक सी। ते इउं जूझदियां जूझदियां जदों काफ़ी दुश्मनां दे आहू बाबा अजीत सिंह जी ने उतार दिते ते गुरु गोबिंद सिंह महाराज सच्चे पातशाह जी ममटी तो आखदे ने, शाबाश पिशर खूब दलेरी से लड़े हो, हाँ क्यों नहीं गोबिंद के फरजंद जो बड़े हो। गुरु साहब जी दूरों ममटी तो शाबाश देंदे ने। ते बाबा अजीत सिंह जी धन गुरु गोबिंद सिंह महाराज सच्चे पातशाह वाल देखते ने। जदों उन्होंने नेत्रां दे नाल नेत्र मिले ना, ते बाबा अजीत सिंह जी ने बड़े अदब दे नाल, अल्लाह यार खान जोगी कहता है, जदों सतगुरां ने सिफत की बाबा अजीत सिंह जी की, ते उस दिलबंद ने तलवार से तस्लीम वजाई। कहते बड़े प्यार दे नाल अपनी तलवार नूं सीने नाल ला के गर्दन बा अदब से उस दिलबंद ने झुकाई। गुरु साहब जी वाल वेख करके गर्दन बड़े अदब विच झुका लई। जदों सतगुरां ने सिफत की, दिल उस दिलावर ने, उस दिलबंद ने बड़े प्यार दे नाल गर्दन झुका करके सतगुरां दी उस शाबाश दा तसलीफ कीता, उहदा सत्कार कीता। पर इस वक्फ से फौजे सितम आरा उमड़ आई, बर्शी किसी बदबख्त ने पीछे से चलाई। कहते किसी बदबख्त ने, किसी अदू ने बाबा अजीत सिंह जी दे पिछे पिठ दे विच पूरी तरह जोर दे बर्छी खोब दी। तौरा के गिरे जीन से सरकार हवा में, कहते जिमें तौर घुम जाते ने ना, इवें घुम के घोड़े की जीन तो, घोड़े की काठी तो बाबा अजीत सिंह जी धरती ते डिग पे। तौरा के गिरे जीन से सरकार जमी पर, रूह खुलद गई तनेजार जमी पर। कहते उन्हां दी रूह वो तो खुलद चली गई। खुलद कहते आ सचखंड विच रब दे घर। कहते उन्हां दी रूह तो शहीद होके उन्हां दी रूह तो सचखंड विच चली गई, पर उन्हां दा पाक पवित्र तन जेड़ा वो जमीन ते पिया सी ते दुश्मन ने उन्होंने चारे तरफ तो घेरिया होया सी। नाल आए सिंह भी शहीद हो गए सन। ते गुरु गोबिंद सिंह महाराज सच्चे पातशाह जी अपने वड्डे फरजंद दे शहादत दा जाम पीण तो उपरंत उस परमात्मा, उस वाहिगुरु दे शुक्र विच, उस परमात्मा दे अदब विच जुड़े हुए सन। नेत्र बंद सन। इन्ने च आवाज आई, भाई से बिछड़ कर हमें जीना नहीं आता, खाना नहीं
ਪੀਣਾ ਨਹੀਂ ਹਮੇ ਸੋਨਾ ਨਹੀਂ ਬਾਤਾ। ਗੁਰੂ ਸਾਹਿਬ ਜੀ ਦੇ ਨੇਤਰ ਬੰਦ ਸਨ, ਪਰ ਬਾਬਾ ਜੋਰਾਵਰ ਸਿੰਘ ਜੀ ਦੀ, ਜੁਝਾਰ ਸਿੰਘ ਜੀ ਦੀ ਆਵਾਜ਼ ਆਈ, ਗੁਰੂ ਪਿਤਾ ਜੀ ਮੈਂ ਆਪਣੇ ਭਰਾ ਤੋਂ ਵਿਛੜਿਆ ਨਹੀਂ ਕਦੀ, ਉਹਦੇ ਨਾਲ ਰਿਹਾ, ਉਹਦੇ ਨਾਲ ਖਾਧਾ, ਉਹਦੇ ਨਾਲ ਖੇਡਿਆ। ਅੱਜ ਉਹ ਮੇਰੇ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀ ਗਏ ਨੇ, ਮੈਂ ਉਹਨਾਂ ਤੋਂ ਬਿਨਾਂ ਜਿਉ ਨਹੀਂ ਸਕਦਾ, ਮੈਨੂੰ ਵੀ ਆਗਿਆ ਦਿਓ, ਮੈਂ ਵੀ ਰਣ ਤੱਤੇ ਵਿੱਚ ਜਾ ਕੇ ਜੂਝਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਾਬਾ ਜੀ ਦੀ ਛੋਟੇ ਸਾਹਿਬਜ਼ਾਦੇ ਦੇ ਇਹ ਬੋਲ ਸੁਣੇ, ਘੁੱਟ ਕੇ ਸੀਨੇ ਨਾਲ ਲਾਇਆ ਤੇ ਪਿਆਰ ਨਾਲ ਆਪਣੀ ਸ਼ਮਸ਼ੀਰ ਦਿੱਤੀ, ਆਪਣਾ ਖੰਜਰ ਦਿੱਤਾ। ਕਹਿੰਦੇ ਸਮਾਂ ਸੀ ਮੈਂ ਆਪਣੇ ਬਾਪ ਨੂੰ ਧਰਮ ਲਈ ਤੋਰਿਆ ਸੀ, ਮੈਂ ਆਪਣੇ ਪਿਤਾ ਜੀ ਨੂੰ ਖੁਦਾ ਲਈ ਤੋਰਿਆ ਸੀ, ਉਦੋਂ ਉਹਨਾਂ ਨੂੰ ਤੋਰਿਆ। ਅੱਜ ਤੁਸੀਂ ਮੇਰੇ ਪਾਸ ਹੋ ਜਾਓ, ਮੈਂ ਤੁਹਾਨੂੰ ਵੀ ਖੁਦਾ ਨੂੰ ਅਰਪਣ ਕਰਦਾ, ਖੁਦਾ ਨੂੰ ਸਮਰਪਣ ਕਰਦਾ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਰਸੂਲ ਦੁਨੀਆ 'ਤੇ ਨਹੀਂ ਆਇਆ। ਅੱਲਾ ਯਾਰ ਖਾਂ ਜੋਗੀ ਨੇ ਇੱਕ ਸ਼ੇਰ ਲਿਖਿਆ, ਕਹਿੰਦੇ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਇਸਲਾਮ ਨੂੰ ਮੰਨਣ ਵਾਲਾ ਸੀ ਨਾ, ਤੇ ਉਦਾਹਰਨਾਂ ਵੀ ਉਹਨੇ ਇਸਲਾਮ ਦੀਆਂ ਵੀ ਦਿੱਤੀਆਂ, ਹਿੰਦੂ ਧਰਮ ਦੀਆਂ ਵੀ ਦਿੱਤੀਆਂ ਨੇ। ਕਮਾਲ ਦੀ ਵਾਕਫੀਅਤ ਸੀ ਉਸ ਕਵੀ ਦੀ। ਕਹਿੰਦਾ ਯਾਕੂਬ ਹਜ਼ਰਤ ਇਬਰਾਹਿਮ ਦਾ ਪੋਤਾ ਸੀ ਤੇ ਯੂਸਫ ਉਹਦਾ ਪੜਪੋਤਾ ਸੀ। ਯੂਸਫ ਇਸਲਾਮ ਦੇ ਵਿੱਚੋਂ ਸਭ ਤੋਂ ਸੋਹਣਾ ਮੰਨਿਆ ਗਿਆ। ਜਿਵੇਂ ਸਨਾਤਨ ਧਰਮ ਵਿੱਚ ਕਹਿ ਲਈ ਜਾਂ ਸਾਡੀ ਸੱਭਿਅਤਾ ਵਿੱਚ ਕਾਮਦੇਵ ਨੂੰ ਸਭ ਤੋਂ ਸੋਹਣਾ ਮੰਨਿਆ ਗਿਆ ਨਾ, ਇਸ ਤਰ੍ਹਾਂ ਇਸਲਾਮ ਵਿੱਚ ਯੂਸਫ ਨੂੰ ਸਭ ਤੋਂ ਸੋਹਣਾ ਮੰਨਿਆ ਗਿਆ। ਉਹ ਹਜ਼ਰਤ ਇਬਰਾਹਿਮ ਦਾ ਪੜਪੋਤਾ ਸੀ, ਪਰ ਕਹਿੰਦੇ ਜਦੋਂ ਵਿਛੜ ਗਿਆ, ਉਹਦੇ ਭਰਾਵਾਂ ਨੇ ਸੁੰਦਰਤਾ ਕਰਕੇ ਉਹਦਾ ਪਿਆਰ ਕਰਦਾ ਸੀ ਪਿਤਾ ਨੂੰ, ਤੇ ਉਹਦੇ ਭਰਾਵਾਂ ਨੇ ਉਹਨੂੰ ਵੱਢ ਟੁੱਕ ਕੇ ਖੂਹ ਵਿੱਚ ਸੁੱਟ ਦਿੱਤਾ। ਤੇ ਜਦੋਂ ਪਿਤਾ ਨੂੰ ਪਤਾ ਲੱਗਾ ਕਿ ਮੇਰਾ ਸੁੰਦਰ ਪੁੱਤਰ ਮੇਰੇ ਤੋਂ ਵਿਛੜ ਗਿਆ, ਬੜਾ ਰੋਇਆ। ਇੱਕ ਹਜ਼ਰਤ ਹੋ ਕੇ, ਇੱਕ ਰਸੂਲ ਹੋ ਕਰਕੇ ਕਹਿੰਦੇ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ, ਉਹਦੇ ਵਿਛੜਨੇ ਨੇ ਰੁਲਾਇਆ। ਸਾਬਰ ਕੋਈ ਕਮ ਰਸੂਲੋਂ ਮੈਂ ਹੈ ਆਇਆ। ਕਹਿੰਦੇ ਕੋਈ ਘੱਟ ਹੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਰਸੂਲ ਆਇਆ ਹੈ। ਕਟਾ ਕੇ ਪਿਸਰ ਚਾਰੇ ਏਕ ਆਂਸੂ ਨਾ ਗਿਰਾਇਆ। ਗੁਰੂ ਗੋਬਿੰਦ ਸਿੰਘ ਨੇ ਰੁਤਬਾ ਰਿਸ਼ੀਓਂ ਕਾ ਵਡਾਇਆ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਰਸੂਲਾਂ ਦਾ, ਅਵਤਾਰਾਂ ਦਾ, ਪੈਗੰਬਰਾਂ ਦਾ ਰੁਤਬਾ ਵਡਾਇਆ ਹੈ। ਕਿਉਂਕਿ ਅਵਤਾਰ ਤੇ ਪੈਗੰਬਰ ਵੀ ਆਪਣੀ ਔਲਾਦ ਦੇ ਵਿਛੋੜੇ ਦੇ ਸਲ ਨੂੰ ਸਹਾਰ ਨਾ ਸਕੇ, ਪਰ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਨ। ਕਟਾ ਕੇ ਪਿਸਰ ਚਾਰੇ ਏਕ ਆਂਸੂ ਨਾ ਗਿਰਾਇਆ। ਕਹਿੰਦੇ ਚਾਰੇ ਪੁੱਤਰ ਕਟਵਾ ਕੇ ਸ਼ਹੀਦ ਕਰਾ ਕੇ ਵੀ ਨੇਤਰਾਂ ਵਿੱਚ ਇੱਕ ਆਂਸੂ, ਇੱਕ ਅਥਰੂ ਤੱਕ ਨਹੀਂ ਵਗਾਇਆ। ਤੇ ਜਦੋਂ ਬਾਬਾ ਜੁਝਾਰ ਸਿੰਘ ਜੀ ਨੇ ਆਗਿਆ ਮੰਗੀ, ਬੜੇ ਪਿਆਰ ਦੇ ਨਾਲ ਆਗਿਆ ਦਿੱਤੀ, ਆਪਣੀ ਸ਼ਮਸ਼ੀਰ ਦਿੱਤੀ, ਆਪਣਾ ਖੰਜਰ ਦਿੱਤਾ, ਤੇ ਉਹ ਵੀ ਬਿਜਲੀ ਦੀ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਦਰਵਾਜ਼ੇ ਚੋਂ, ਕਿਲੇ ਦੀ ਗੜੀ ਚੋਂ ਨਿਕਲੇ। 10-20 को जख्मी किया, 10-20 को मारा, एक हमले में उस एक ने 21 को मारा। ਕਹਿੰਦੇ 10-20 ਨੂੰ ਸਾਹਮਣੇ ਵਾਲਿਆਂ ਨੂੰ ਜ਼ਖਮੀ ਕਰ ਦਿੱਤਾ, 10-20 ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਤੇ ਉਹ ਅਦੂ ਦੁਸ਼ਮਣ ਕਹਿਣ ਲੱਗੇ ਸਨ ਕਿ ਬਚ ਬਚ ਕੇ ਲੜੋ, ਇਹ ਗੋਬਿੰਦ ਕੇ ਪਿਸਰ ਹੈ। ਕਹਿੰਦੇ ਨਾ ਤੋਂ ਬਚ ਕੇ ਲੜੋ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪਿਸਰ ਹਨ, ਛੋਟੇ ਪੁੱਤਰ ਹਨ। ਇਹ ਨੀਮਚਾ ਲਗਾਏ ਸਤਿਗੁਰ ਕੀ ਕਮਰ ਸੇ ਹੈ। ਇਹ ਜੋ ਬਰਛੀ ਲੈ ਕੇ ਆਏ ਨੇ, ਇਹ ਜੋ ਖੰਜਰ ਲੈ ਕੇ ਆਏ ਨੇ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ ਦਿੱਤੀ ਹੈ। ਕਿਉਂਕਿ ਗੁਰੂ ਸਾਹਿਬ ਜੀ ਦੀ ਅਜ਼ਮਤ ਤੋਂ, ਉਹਨਾਂ ਦੀ ਰਹਿਮਤ ਤੋਂ ਉਹ ਭਲੀ ਭਾਂਤ ਦੁਸ਼ਮਣ ਵੀ ਵਾਕਿਫ ਸਨ। ਪਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੋਵੇਂ ਗੁਰੂ ਕੇ ਲਾਲ ਜੂਝਦੇ ਹੋਏ ਮੈਦਾਨੇ ਜੰਗ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰਾਂ ਦੇ ਸਾਹਮਣੇ ਆਪਣੇ ਹੋਰ ਸਿੰਘਾਂ ਵਾਂਗੂ, ਆਪਣੇ ਹੋਰ ਪਿਆਰਿਆਂ ਵਾਂਗੂ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਆਪਣੇ ਆਪ ਨੂੰ ਕਦੀ ਇਹ ਨਹੀਂ ਮੰਨਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਹਾਂ ਤੇ ਇਹ ਸਿੰਘ, ਇਹ ਗੁਰੂ ਕੀ ਫੌਜ ਸਾਡੀ ਹੁਕਮਰਾਨ ਹੈ, ਅਸੀਂ ਇਹਨਾਂ ਦੇ ਹੁਕਮਰਾਨ ਹਾਂ। ਸਦਾ ਹੀ ਕਹਿੰਦੇ ਸਨ ਖਾਦਿਮ ਹੈ ਹਰ ਇੱਕ ਸਿੰਘ ਕੇ, ਅਫਸਰ ਨਹੀਂ ਹਮ ਹੈ। ਅਸੀਂ ਖਾਦਮ ਹਾਂ ਹਰ ਇੱਕ ਸਿੱਖ ਦੇ, ਅਸੀਂ ਅਫਸਰ ਨਹੀਂ, ਅਸੀਂ ਕੋਈ ਹੁਕਮਰਾਨ ਨਹੀਂ। ਕਿੰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਸੀ, ਜਾਂ ਕਿੰਨੀ ਦਤਾਰ ਪਿਤਾ ਮਹਾਰਾਜ ਨੇ ਘਾੜਤ ਘੜੀ ਸੀ ਕਿ ਗੁਰੂ ਕੇ ਲਾਲ ਹੋ ਕੇ ਸਤਿਗੁਰਾਂ ਦੇ ਇੱਕ ਇੱਕ ਸਿਪਾਹੀ ਨੂੰ ਉਹ ਆਪਣਾ ਮਾਲਕ, ਆਪਣਾ ਸਵਾਮੀ ਸਮਝਦੇ ਸਨ ਤੇ ਆਪਣੇ ਆਪ ਨੂੰ ਉਹਨਾਂ ਦੇ ਖਾਦਮ ਸਮਝਦੇ ਸਨ। ਕਿਉਂਕਿ ਜਾਣਦੇ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹ ਹਨ ਜਿਨ੍ਹਾਂ ਨੇ ਇਹ ਬਚਨ ਕਹੇ ਹਨ ਕਿ ਖਾਲਸਾ ਮੇਰਾ ਸਤਿਗੁਰ ਪੂਰਾ,
ਖਾਲਸਾ ਮੇਰਾ ਸੱਜਣ ਸੂਰਾ, ਕਿ ਜਿਸ ਖਾਲਸੇ ਅੱਗੇ ਗੁਰਦੇਵ ਪਿਤਾ ਮਹਾਰਾਜ ਜੀ ਆਪ ਝੁਕੇ ਹਨ, ਉਸ ਖਾਲਸੇ ਦੇ ਨਾਲ ਹੀ, ਉਹਨਾਂ 40 ਸਿੰਘਾਂ ਦੇ ਨਾਲ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 2 ਵੱਡੇ ਲਾਲਾਂ ਨੇ ਸ਼ਹਾਦਤ ਦਾ ਜਾਮ ਪੀਤਾ। ਦੁਨੀਆ ਦੇ ਅੰਦਰ ਇਸ ਤਰ੍ਹਾਂ ਦੀ ਮਿਸਾਲ, ਇਸ ਤਰ੍ਹਾਂ ਦੀ ਘਟਨਾ ਨਾ ਕਦੇ ਵਾਪਰੀ ਹੈ ਤੇ ਸ਼ਾਇਦ ਹੀ ਕਦੇ ਵਾਪਰੇਗੀ, ਕਿ ਇੱਕ ਪਾਸੇ 40 ਲੱਖ ਦੀ ਫੌਜ, ਇੱਕ ਪਾਸੇ 40 ਸਿੰਘ, ਉਹ ਵੀ ਕਈ ਮਹੀਨਿਆਂ ਦੇ ਭੁੱਖੇ ਤੇ ਭਾਣੇ, ਕਈ ਮਹੀਨਿਆਂ ਦੀ ਮੁਯੱਸਰ ਭੁੱਖ ਸੀ, ਪਰ ਉਹਨਾਂ ਦਾ ਜਜ਼ਬਾ, ਉਹਨਾਂ ਦੀ ਪ੍ਰਤੀਤੀ ਗੁਰੂ ਸਾਹਿਬ ਜੀ ਦੇ ਨਾਲ, ਉਹਨਾਂ ਦਾ ਵਿਸ਼ਵਾਸ ਗੁਰੂ ਸਾਹਿਬ ਜੀ ਦੇ ਨਾਲ। ਦੇਖੋ ਜੋ ਗੁਰੂ ਦੇ ਨਾਲ ਪ੍ਰੀਤ ਹੈ, ਗੁਰੂ ਨਾਲ ਵਿਸ਼ਵਾਸ ਹੈ, ਉਹ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿ ਹਰ ਕੋਈ ਦਿੰਦਾ ਹੈ ਕਿ ਮੇਰਾ ਗੁਰੂ ਨਾਲ ਬੜਾ ਪਿਆਰ ਹੈ, ਗੁਰੂ ਨਾਲ ਬੜੀ ਪ੍ਰਤੀਤੀ ਹੈ, ਪਰ ਸੱਚ ਇਹ ਹੈ ਗੁਰੂ ਨਾਲ ਪ੍ਰਤੀਤੀ ਹੈ ਜਾਂ ਗੁਰੂ ਲਈ ਮਰ ਕੇ ਜਾਂ ਗੁਰੂ ਲਈ ਮਾਰ ਕੇ ਹੀ ਸਿੱਧ ਹੋ ਸਕਦੀ ਹੈ, ਜਾਂ ਆਪਣਾ ਆਪਾ ਗੁਰੂ ਲਈ ਵਾਰ ਦੇ। ਜਬ ਆਵ ਕੀ ਔਦ ਨਿਧਾਨ ਬਣੈ ਅਤ ਹੀ ਰਨ ਮੈਂ ਤਬ ਜੂਝ ਮरूं, ਜਾਂ ਤੇ ਜਦੋਂ ਇਹ ਸਮਾਂ ਬਣ ਜਾਏ ਆਪਣੇ ਗੁਰੂ ਦੇ ਲਈ ਆਪਣਾ ਆਪਾ ਵਾਰ ਦੇ, ਤੇ ਜਾਂ ਫਿਰ ਸਮਾਂ ਬਣ ਜਾਏ ਆਪਣੇ ਗੁਰੂ ਲਈ ਜ਼ਾਲਮ ਨੂੰ ਸੋਧ ਦੇ, ਤਾਂ ਹੀ ਗੁਰੂ ਦੇ ਨਾਲ ਪ੍ਰਤੀਤੀ, ਪਿਆਰ ਤੇ ਵਿਸ਼ਵਾਸ ਦਾ ਪਤਾ ਲੱਗਦਾ। ਨਹੀਂ ਤੇ ਗੱਲਾਂ ਨਾਲ ਨਹੀਂ। ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਗੱਲਾਂ ਨਾਲ ਤਾਂ ਬਹੁਤ ਚੰਗੇ ਹਨ। ਐਸੇ ਗੁਰੂ ਕੇ ਲਾਲ, ਐਸੇ ਗੁਰੂ ਕੇ ਸ਼ਹੀਦ, ਜਿਨ੍ਹਾਂ ਨੂੰ ਸਤਿਗੁਰਾਂ ਨੇ ਫਿਰ ਮੁਕਤਿਆਂ ਦਾ ਖਿਤਾਬ ਦਿੱਤਾ। ਮੁਕਤੇ ਦਾ ਅਰਥ ਹੁੰਦਾ ਜੋ ਜਨਮ ਮਰਨ ਤੋਂ ਮੁਕਤ ਹੋ ਗਏ, ਜੋ ਸੰਸਾਰ ਦੀ ਭਵ ਪੀੜਾ ਤੋਂ, ਆਵਣ ਜਾਣ ਤੋਂ ਮੁਕਤ ਹੋ ਗਏ। ਉਹ 40 ਮੁਕਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਅੱਲਾ ਯਾਰ ਖਾਂ ਜੋਗੀ ਲਿਖਦਾ, ਗੁਰੂ ਕੇ ਸਿੰਘੋ, ਸਾਡੇ ਲਈ ਮੱਕਾ ਤੇ ਸਾਡੇ ਲਈ ਕਰਬਲਾ, ਜਿੱਥੇ ਹਸਨ ਹੁਸੈਨ ਦੀ ਸ਼ਹਾਦਤ ਹੋਈ, ਅਸੀਂ ਉਸ ਧਰਤੀ ਨੂੰ ਸਿਜਦਾ ਕਰਦੇ ਹਾਂ, ਅਸੀਂ ਉਸ ਨੂੰ ਪੂਜਦੇ ਹਾਂ। ਤੁਸੀਂ ਕਿਉਂ ਭਟਕਦੇ ਫਿਰਦੇ ਹੋ? ਕਿਉਂ ਤੁਸੀਂ ਗਾਹੇ ਬਗਾਹੇ ਭਟਕਦੇ ਹੋ? ਤੁਹਾਡੇ ਕੋਲ ਤਾਂ ਉਹ ਪਾਕ ਥਾਵਾਂ ਹਨ, ਉਹ ਪਾਕ ਇਤਿਹਾਸ ਹੈ। ਜੇ ਤੁਸੀਂ ਵਾਚ ਲਓ, ਜੇ ਤੁਸੀਂ ਦੇਖ ਲਓ, ਤੇ ਤੁਹਾਡੀ ਰੂਹ ਵੀ ਪਾਕੀਜ਼ ਹੋ ਜਾਏਗੀ। ਪਰ ਬਦਕਿਸਮਤੀ ਹੈ, ਅਸੀਂ ਨਾ ਆਪਣੇ ਇਤਿਹਾਸ ਨੂੰ ਵਾਚਦੇ ਹਾਂ ਤੇ ਨਾ ਇਤਿਹਾਸਿਕ ਅਸਥਾਨਾਂ ਨੂੰ ਉਹ ਪਵਿੱਤਰਤਾ, ਉਹ ਪਿਆਰ ਤੇ ਉਹ ਸਤਿਕਾਰ ਦਿੰਦੇ ਹਾਂ। ਅੱਜ ਸਾਡੇ ਵਿੱਚ ਕਈ ਐਸੇ ਨਾਲਾਇਕ ਬੁੱਧੀ ਦੇ ਮਾਲਕ ਆ ਗਏ ਨੇ, ਜਿਹੜੇ ਗੁਰੂ ਨਾਨਕ ਦੇ ਘਰ ਦੀ ਸਟੇਜ ਤੇ ਬਹਿ ਕੇ ਗੱਲਾਂ ਕਹਿੰਦੇ ਨੇ ਕਿ ਇਤਿਹਾਸਿਕ ਦੁਆਰੇ ਸਿਰਫ ਇਮਾਰਤਾਂ ਹਨ। ਉਹ ਗੁਰੂ ਕੇ ਲਾਲੋ, ਇਮਾਰਤਾਂ ਤੇ ਸਾਰੀਆਂ ਹਨ, ਪਰ ਉਸ ਇਮਾਰਤਾਂ ਦੇ ਅੰਦਰ ਉਹਨਾਂ ਸ਼ਹੀਦਾਂ ਦਾ ਖੂਨ, ਉਹਨਾਂ ਸ਼ਹੀਦਾਂ ਦੇ ਪਿੰਜਰ, ਉਹਨਾਂ ਸ਼ਹੀਦਾਂ ਦੀਆਂ ਆਬਰੂਆਂ ਹਨ, ਜਿਨ੍ਹਾਂ ਨੇ ਆਪਣੀ ਪੱਤ ਬਚਾਉਣ ਵਾਸਤੇ, ਸਾਡੀ ਪੱਤ ਬਚਾਉਣ ਵਾਸਤੇ ਆਪਣੇ ਖੂਨ ਦੇ ਕਤਰੇ ਡੋਲੇ। ਤੇ ਤੁਸੀਂ ਮਹਿਸੂਸ ਕਰੋ ਕਿ ਸਿਰਫ ਉੱਥੇ ਇੱਟਾਂ ਹੀ ਹਨ, ਤੁਸੀਂ ਮਹਿਸੂਸ ਕਰੋ ਕਿ ਸਿਰਫ ਉੱਥੇ ਬਿਲਡਿੰਗਾਂ ਹੀ ਹਨ। ਇਹ ਤੁਹਾਡੀ ਕਮਜ਼ੋਰੀ ਹੈ, ਇਹ ਤੁਹਾਡਾ ਦੋਸ਼ ਹੈ। ਪਰ ਪਿਆਰ ਵਾਲੇ, ਸ਼ਰਧਾ ਵਾਲੇ ਜੇ ਕਿਤੇ ਉੱਥੇ ਜਾ ਕੇ ਬੈਠ ਜਾਣ, ਉਹਨਾਂ ਨੂੰ ਉਹਨਾਂ ਥਾਵਾਂ ਤੇ ਹੀ ਉਹ ਰੂਹ ਤਾਜ਼ਾ ਹੋ ਜਾਂਦੀ ਹੈ, ਉਹ ਪਾਕੀਜ਼ਗੀ ਮਿਲਦੀ ਹੈ। ਤੁਹਾਡਾ ਦੋਸ਼ ਹੈ, ਤੁਹਾਡਾ ਖੋਟ ਹੈ। ਅਸੀਂ ਖੋਟ ਗੁਰੂ ਤੇ ਕੱਢ ਦਿੰਦੇ ਹਾਂ, ਅਸੀਂ ਖੋਟ ਇਤਿਹਾਸਿਕ ਸਥਾਨਾਂ ਤੇ ਕੱਢ ਦਿੰਦੇ ਹਾਂ। ਦੇਖੋ, ਇੱਕ ਅਨ ਧਰਮ ਦਾ ਵਿਅਕਤੀ ਕਹਿੰਦਾ ਹੈ, ਬਸ ਹਿੰਦ ਮੇਂ ਤੀਰਥ ਹੈ ਇੱਕ ਯਾਤਰਾ ਕੇ लिए, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ लिए। ਕਹਿੰਦੇ ਇੱਕੋ ਇੱਕ ਹਿੰਦੁਸਤਾਨ ਦੀ ਧਰਤੀ ਤੇ ਉੱਚਾ ਮਰਤਬਾ ਰੱਖਣ ਵਾਲਾ ਤੀਰਥ ਹੈ, ਜਿੱਥੇ ਗੁਰੂ ਨੇ ਆਪਣੇ ਖੁਦਾ ਦੇ ਲਈ ਬੇਟੇ ਕਟਾ ਦਿੱਤੇ। ਬਸ ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ लिए, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ लिए। ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੇਂ। ਮਿਹਰ ਕਹਿੰਦੇ ਸੂਰਜ, ਕਹਿੰਦੇ ਐ ਚਮਕੌਰ, ਤੇਰੇ ਕੋਲ ਤਾਂ ਸੂਰਜ ਤੋਂ ਵੱਡੀ ਰੋਸ਼ਨੀ ਹੈ, ਕਿਉਂਕਿ ਤੂੰ ਇਤਨਾ ਵੱਡਾ ਇਤਿਹਾਸ ਮੋਹ ਕੇ ਬੈਠਾ ਹੈ। ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੇਂ, ਯਹੀਂ ਸੇ ਸਿਤਾਰੇ ਬਨ ਕੇ ਗਏ ਆਸਮਾਂ ਕੇ लिए। ਜੋ ਅਸਮਾਨ ਵਿੱਚ ਚਮਕਦੇ ਨੇ, ਇਹ ਉਹੀ ਸਿਤਾਰੇ ਨੇ ਜਿਨ੍ਹਾਂ ਆਪਣਾ ਆਪਾ ਇਸ ਧਰਤੀ ਤੇ ਖੁਦਾ ਦੇ ਲਈ ਵਾਰਿਆ ਹੈ, ਜਿਨ੍ਹਾਂ ਆਪਣਾ ਆਪਾ ਵਾਰਿਆ। ਇਸ ਕਰਕੇ ਕਹਿੰਦੇ ਆਪਣੇ ਤੀਰਥ ਸਥਾਨਾਂ ਨੂੰ ਦੇਖੋ, ਕਰਮਕਾਂਡੀ ਰੂਪ ਵਿੱਚ, ਪਾਖੰਡ ਰੂਪ ਵਿੱਚ, ਸਵਾਰਥ ਰੂਪ ਵਿੱਚ ਤੁਸੀਂ ਕਿਸੇ ਵੀ ਮਹਾਨ ਚੀਜ਼ ਨੂੰ ਵਰਤੋਗੇ ਤਾਂ ਸੰਸਾਰ ਦੇ ਵਿੱਚ ਤੁਸੀਂ ਖਤਾ ਦੇ ਭਾਗੀ ਹੋਵੋਗੇ। ਪਰ ਆਪਣੇ ਪਿਆਰ ਲਈ, ਆਪਣੀ ਜਜ਼ਬੇ ਲਈ, ਆਪਣੀ ਸ਼ਰਧਾ ਲਈ, ਆਪਣੀ ਰੂਹ ਦੀ ਤਾਜ਼ਗੀ ਦੇ ਲਈ ਤੁਸੀਂ ਕਿਸੇ ਅਸਥਾਨ, ਕਿਸੇ ਕਰਮ, ਕਿਸੇ ਧਰਮ ਨੂੰ ਵਰਤ ਲਓ, ਉਹ ਤੁਹਾਡੇ ਰੂਹ ਨੂੰ ਪਾਕੀਜ਼ ਕਰਕੇ ਜਾਏਗੀ, ਉਹ ਭਰਮ ਤੇ ਭੁਲੇਖਾ ਨਹੀਂ ਹੋਏਗੀ।
ਗਲਤ ਕੀ ਹੈ ਠੀਕ ਕੀ ਹੈ ਉਹ ਤੁਹਾਡੇ ਤੇ ਨਿਰਭਰ ਕਰਦਾ ਹੈ। ਮਹਾਨ ਥਾਵਾਂ ਤੇ ਬੈਠ ਕੇ ਜੇ ਅਸੀਂ ਬੁਰੀਆਂ ਵਾਸ਼ਨਾਵਾਂ ਰੱਖਾਂਗੇ, ਬੁਰੇ ਵਿਚਾਰ ਰੱਖਾਂਗੇ, ਆਪਣਾ ਸਵਾਰਥ ਰੱਖਾਂਗੇ ਤੇ ਅਸੀਂ ਉੱਥੋਂ ਕੁਝ ਨਹੀਂ ਪ੍ਰਾਪਤ ਕਰ ਸਕਦੇ। ਉਹਨਾਂ ਉੱਚ ਸਥਾਨਾਂ ਤੇ ਜਾ ਕੇ ਆਪਣੇ ਵਿਚਾਰ ਉੱਚ ਰੱਖਾਂਗੇ, ਸ਼ਰਧਾ ਨਾਲ ਜੁੜਾਂਗੇ, ਇਕਾਗਰਤਾ ਬਣਾਵਾਂਗੇ ਤੇ ਉੱਥੋਂ ਸਾਡੀ ਰੂਹ ਤਾਜ਼ਾ ਹੋ ਕੇ ਜਾਏਗੀ। ਇਹ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ। ਇੱਥੇ ਖਤੇ ਕਮਾਉਣ ਵਾਲੇ ਬਖਸ਼ੇ ਜਾਂਦੇ ਨੇ, ਇੱਥੇ ਗੁਨਾਹ ਕਮਾਉਣ ਵਾਲੇ ਬਖਸ਼ੇ ਜਾਂਦੇ ਨੇ। ਬਸ ਇਹ ਹੈ ਉਹ ਸਰਲਤਾ ਤੇ ਸਪਸ਼ਟਤਾ ਦੇ ਨਾਲ ਗੁਰੂ ਦੇ ਦਰ ਤੇ ਆ ਜਾਏ। ਉਹ ਗੁਰੂ ਕੇ ਲਾਲਾਂ ਨੇ ਉੱਥੇ ਸ਼ਹਾਦਤ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਰਵੇਸ਼ ਸਤਿਗੁਰੂ ਨੇ ਆਪਣੇ 2 ਲਾਲ, ਆਪਣੇ ਅਨੇਕਾਂ ਸਿੰਘ ਉੱਥੇ ਸ਼ਹੀਦ ਕਰਵਾਏ। ਤਿਆਰ ਹੋਏ, ਸ਼ਾਮ ਦਾ ਵੇਲਾ ਹੋ ਗਿਆ, ਯੁੱਧ ਨੂੰ ਵਿਰਾਮ ਮਿਲਿਆ। ਤਿਆਰ ਹੋਏ ਕਿ ਕੱਲ ਅਸੀਂ ਆਪਣੀ ਕਮਾਨ ਨਾਲ, ਆਪਣੇ ਤੀਰਾਂ ਨਾਲ ਦੁਸ਼ਮਣ ਦੇ ਆਹੂ ਲਾਵਾਂਗੇ। ਜਦੋਂ ਸਿੱਖਾਂ ਦੇਖਿਆ, ਭਾਈ ਦਇਆ ਸਿੰਘ ਜੀ ਨੇ, ਗੁਰੂ ਕੇ ਲਾਲਾ ਨੇ, ਭਾਈ ਮਾਨ ਸਿੰਘ ਜੀ ਨੇ, ਕਹਿਣ ਲੱਗੇ ਦਾਤਾਰ ਜੀ ਸਾਡਾ ਤੇ ਇਹੀ ਆਪ ਜੀ ਨੂੰ ਬੇਨਤਾ ਹੈ ਕਿ ਆਪ ਇਸ ਰਾਤ ਦੇ ਹਨੇਰੇ 'ਚ ਚਲੇ ਜਾਓ। ਸਾਡੇ ਵਰਗੇ ਹਜ਼ਾਰਾਂ ਬਣ ਸਕਦੇ ਨੇ ਜੀ ਤੁਸੀਂ ਜੀਵਤ ਹੋ। ਪਰ ਗੁਰੂ ਸਾਹਿਬ ਨੇ ਕਿਹਾ ਨਹੀਂ ਦਇਆ ਸਿੰਘਾ, ਮੈਂ ਆਪਣੇ ਲਾਲ, ਆਪਣੇ ਫਰਜ਼ੰਦ ਵਾਰ ਕੇ ਇੱਥੋਂ ਵਾਪਸ ਨਹੀਂ ਜਾਵਾਂਗਾ, ਆਪਣਾ ਆਪਾ ਵੀ ਵਾਰਾਂਗਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਮਰਾਤਬਾ ਖਾਲਸੇ ਨੂੰ ਦਿੱਤਾ ਸੀ, ਸਤਿਗੁਰਾਂ ਨੂੰ ਫਿਰ ਹੁਕਮ ਸੁਣਾਇਆ ਗਿਆ ਕਿ ਗੜੀ ਚਮਕੌਰ ਦੀ ਤੁਸੀਂ ਛੱਡ ਦਿਓ। ਖਾਲਸੇ ਦਾ ਹੁਕਮ ਵਜਾ ਕਰਕੇ, ਤਾੜੀ ਮਾਰ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੀਰੇ ਹਿੰਦ ਮੇਰ ਵੱਧ ਦਾ ਉੱਚਾ ਨਾਅਰਾ ਮਾਰ ਕੇ ਸਤਿਗੁਰੂ ਜੀ ਚਮਕੌਰ ਦੀ ਗੜੀ ਛੱਡਦੇ ਨੇ। ਉਹ ਪਾਕ ਧਰਤੀ, ਉਹ ਪਵਿੱਤਰ ਧਰਤੀ ਅੱਜ ਵੀ ਸਾਡੇ ਲਾਲਾਂ ਦਾ ਇਤਿਹਾਸ ਸਮੋਈ ਬੈਠੀ ਹੈ। ਪਰ ਉਹਨਾਂ ਕੋਲੇ ਜਜ਼ਬਾ, ਉਹਨਾਂ ਕੋਲੇ ਹੌਸਲਾ, ਉਹਨਾਂ ਕੋਲੇ ਤਾਕਤ, ਸਰੀਰ ਦੀ ਤਾਕਤ ਨਹੀਂ, ਮਨੁੱਖ ਦੀ ਤਾਕਤ ਦੀ ਕੋਈ ਸੀਮਾ ਹੈ। ਪਰ ਇਹਦੇ ਅੰਦਰ ਵਸਦੀ ਉਸ ਗੁਰੂ ਦੀ ਕਿਰਪਾ, ਉਹ ਇੱਕ ਸਰੀਰ ਤੋਂ ਲੱਖਾਂ ਸਰੀਰਾਂ ਦਾ ਮੁਕਾਬਲਾ ਕਰ ਦਿੰਦੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਕੁਝ ਐਸਾ ਹੀ ਬਿਆਨ ਕੀਤਾ ਹੈ, ਜਾਸ ਜਪਤ ਇਹ ਅਗਨ ਨਾ ਪੋਹਤ। ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ, ਸੰਸਾਰ ਦੇ ਵਿਕਾਰਾਂ ਦੀ ਅੱਗ ਉਹਨਾਂ ਨੂੰ ਪਹੁੰਚਦੀ ਨੇ। ਮੋਹ ਦੀ ਅੱਗ, ਤਮਾਂ ਦੀ ਅੱਗ, ਮੋਹ ਵਾਲਾ ਬੰਦਾ ਕੁਰਬਾਨੀ ਨਹੀਂ ਕਰ ਸਕਦਾ। ਜੇ ਆਪਣੇ ਨਾਲ, ਆਪਿਆਂ ਨਾਲ ਮੋਹ ਹੋਵੇ ਤੇ ਕੁਰਬਾਨੀ ਕਿੱਥੇ ਹੋ ਸਕਦੀ। ਕਹਿੰਦੇ ਉਹਨਾਂ ਨੇ ਇੰਨਾ ਕੁ ਮਾਲਕ ਨੂੰ ਜਪ ਕੇ ਹਿਰਦਾ ਪੁਰ ਸਕੂਨ ਕੀਤਾ ਸੀ ਕਿ ਉਹਨਾਂ ਨੂੰ ਅਗਨ ਨਹੀਂ ਪਹੁੰਚਦੀ। ਜਾਸ ਜਪਤ ਇਹ ਕਾਲ ਨਾ ਜੋਹਤ। ਭਾਵਾਂ ਕਿ ਸਰੀਰ ਉਹਨਾਂ ਦਿਆਂ ਨੂੰ ਸ਼ਹਾਦਤ ਦੇ ਦਿੱਤੀ ਗਈ, ਪਰ ਉਹਨਾਂ ਦੀ ਰੂਹ ਨੂੰ ਕਾਲ ਪੋ ਨਹੀਂ ਸਕਦਾ। ਉਹਨਾਂ ਨੂੰ ਮੌਤ ਦਾ ਭੈ ਭੀਤ ਨਹੀਂ ਕਰ ਸਕਦਾ। ਹੈ ਤਾਂ ਮੌਤ ਹੀ ਹੈ ਨਾ। ਇੱਕ ਮੌਤ ਤੋਂ ਦੁਨੀਆ ਡਰਦੀ ਹੈ, ਪਰ ਇੱਕ ਮੌਤ ਦਾ ਪਰਵਾਨਾ ਕਹਿੰਦਾ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਾਸ ਜਪਤ ਇਹ ਕਾਲ ਨਾ ਪੋਹੈ, ਜਾਸ ਜਪਤ ਤੇਰਾ ਨਿਰਮਲ ਮਾਥਾ। ਹੇ ਪ੍ਰਾਣੀ, ਜੇ ਤੂੰ ਕਿਤੇ ਉਸ ਵਾਹਿਗੁਰੂ ਦਾ, ਪਰਮਾਤਮਾ ਦਾ ਜਪ ਕਰ ਲੈ, ਸਿਮਰਨ ਕਰ ਲੈ, ਤੇਰੇ ਮੱਥੇ ਦੀਆਂ ਰੇਖਾਵਾਂ ਨਿਰਮਲ ਹੋ ਜਾਣ, ਤੇਰੇ ਭਾਗ ਨਿਰਮਲ ਹੋ ਜਾਣ। ਜਾਸ ਜਪਤ ਸਗਲਾ ਦੁੱਖ ਲਾਥਾ। ਉਹਨੂੰ ਜਪ ਕੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਕਿਉਂਕਿ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਤੇਰਾ ਨਾਮ ਦੁੱਖਾਂ ਨੂੰ ਭੰਜਨ ਵਾਲਾ, ਤੋੜਨ ਵਾਲਾ ਹੈ। ਜਾਸ ਜਪਤ ਮੁਸ਼ਕਲ ਕਛੂ ਨਾ ਬਣੇ, ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਬਣਦੀ। ਜਾਸ ਜਪਤ ਸੁਨ ਅਨਹਦ ਧੁਨੈ। ਉਹਨੂੰ ਜਪਦਿਆਂ ਜਪਦਿਆਂ ਹੀ ਅਨਹਦ ਦੀ ਰੌਂ ਚੱਲਦੀ ਹੈ, ਆਨੰਦ ਦੀ ਧੁਨੀ ਵੱਜਦੀ ਹੈ। ਜਾਸ ਜਪਤ ਇਹ ਨਿਰਮਲ ਸੋਏ, ਜਾਸ ਜਪਤ ਕਮਲ ਸਿੱਧਾ ਹੋਏ। ਕਹਿੰਦੇ ਉਹਨੂੰ ਜਪ ਕੇ ਹਿਰਦਾ ਸ਼ੁੱਧ ਹੁੰਦਾ ਹੈ। ਉਸ ਵਾਹਿਗੁਰੂ ਦੇ ਜਪ ਦੇ ਨਾਲ ਹੀ ਜਿਹੜਾ ਮਨ ਰੂਪੀ ਕਮਲ ਪੁੱਠਾ ਹੋਇਆ, ਵਿਕਾਰਾਂ ਵਿੱਚ, ਵਿਸ਼ਿਆਂ ਵਿੱਚ ਮੁੱਦਾ ਹੋਇਆ ਪਿਆ ਹੈ, ਉਹ ਸਿੱਧਾ ਹੋ ਕਰਕੇ ਖਿੜ ਜਾਂਦਾ ਹੈ, ਅਨਹਦ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੁਰ ਸੁਭ ਦ੍ਰਿਸ਼ਟ ਸਭ ਉੱਪਰ ਕਰੀ। ਗੁਰੂ ਦੀ ਦ੍ਰਿਸ਼ਟੀ ਸਭ ਉੱਪਰ ਇੱਕੋ ਜਿਹੀ ਹੈ। ਉਹਦੀ ਦ੍ਰਿਸ਼ਟੀ ਸ਼ੁਭ ਹੈ। ਅਮੈ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰਹਿ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਗੁਰ ਸੁਭ ਦ੍ਰਿਸ਼ਟ ਸਭ ਉੱਪਰ ਕਰੀ, ਜਿਸ ਕੈ ਹਿਰਦੈ ਮੰਤਰ ਦੇ ਹਰੀ। ਅਖੰਡ ਕੀਰਤਨ ਤਿਸ ਤਿਨ ਭੋਜਨ ਚੂਰਾ, ਕਹੋ ਨਾਨਕ
ਜਿਸ ਸਤਿਗੁਰ ਪੂਰਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅੰਤਲੇ ਸ਼ਬਦੇ ਦੇ ਬਚਨਾਂ ਵਿੱਚ ਕਿ ਜਿਹਦੇ ਹਿਰਦੇ ਵਿੱਚ ਗੁਰੂ ਦਾ ਮੰਤਰ ਵਸ ਗਿਆ ਨਾ, ਗੁਰੂ ਨੇ ਕਿਰਪਾ ਕਰਕੇ ਉਹਨੂੰ ਆਪਣੀ ਕੀਰਤੀ ਦਾ ਅਖੰਡ ਚੂਰਾ, ਚੂਰਾ ਕਹਿੰਦੇ ਚੂਰਮਾ, ਮਿੱਠਾ ਖਾਣਾ, ਕਹਿੰਦੇ ਅਖੰਡ ਕੀਰਤੀ ਦਾ ਚੂਰਮਾ ਦੇ ਦਿੱਤਾ। ਤੇ ਜਿਸ ਨੂੰ ਇਹ ਪ੍ਰਾਪਤ ਹੋ ਗਿਆ ਉਹਨੂੰ ਫਿਰ ਦੁਨੀਆ ਦੀ ਕੋਈ ਮੁਸ਼ਕਲ, ਕੋਈ ਕਾਲ, ਕੋਈ ਵਿਕਾਲ ਪੋ ਨਹੀਂ ਸਕਦਾ। ਕਹੋ ਨਾਨਕ ਜਿਸ ਸਤਿਗੁਰ ਪੂਰਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਸ ਵੀ ਮੁਰੀਦ ਦਾ ਗੁਰੂ ਪੂਰਾ ਹੈ, ਜਿਸ ਵੀ ਮੁਰੀਦ ਦਾ ਇਸ਼ਟ ਪੂਰਾ ਹੈ, ਉਹਨੂੰ ਫਿਰ ਕੁਰਾਹੇ ਪੈਣ ਦੀ ਲੋੜ ਨਹੀਂ, ਉਹਨੂੰ ਭਟਕਣ ਦੀ ਲੋੜ ਨਹੀਂ, ਉਹਨੂੰ ਡਿੱਗਣ ਦੀ ਲੋੜ ਨਹੀਂ। ਉਹ ਆਪਣੇ ਪੂਰੇ ਗੁਰਦੇਵ ਦੀ ਸਰਨੀ ਆਵੇ, ਗੁਰੂ ਕੋਲ ਆ ਕੇ ਬੇਨਤੀ ਕਰੇ, ਗੁਰੂ ਕੋਲ ਆ ਕੇ ਜੋਦੜੀ ਕਰੇ। ਫਿਰ ਜੋ ਆਪਣੇ ਗੁਰੂ ਕੋਲ ਆ ਜਾਏਗਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਗੁਰੂ ਕਿਰਪਾ ਕਰੇ ਸਾਡਾ ਆਉਣਾ ਸਫਲ ਹੋ ਜਾਏ, ਸਾਡਾ ਇਤਿਹਾਸ ਸੁਣਿਆ ਸੁਣਾਇਆ ਸਫਲ ਹੋ ਜਾਏ। ਉਹਨਾਂ ਮਰਜੀਵਣਿਆਂ ਦੀ ਸ਼ਹਾਦਤ ਤੋਂ ਕੋਈ ਕਿਣਕਾ ਮਾਤਰ ਸ਼ਰਧਾ, ਵਿਸ਼ਵਾਸ ਤੇ ਭਰੋਸਾ ਲੈ ਕੇ ਅਸੀਂ ਆਪਣੇ ਘਰਾਂ ਨੂੰ ਜਾਈਏ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ।